ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰਾਗ ਸਾਰੰਗ ਮਹਲਾ ਨੌਵਾਂ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਨ ਭਾਈ। ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ, ਕੋ ਕਾਹੂ ਕੋ ਭਾਈ। ਰਹਾਉ ਧਨ ਧਰਣੀ ਅਰ ਸੰਪਤ ਸਗਰੀ, ਜੋ ਮਾਨਿਓ ਅਪਨਾਈ। ਤਨ ਛੂਟੈ ਕਛ ਸੰਗ ਨਾ ਚਾਲੈ, ਕਹਾਂ ਤਾਹਿ ਲਪਟਾਈ। ਦੀਨ ਦਇਆਲ ਸਦਾ ਦੁਖ ਭੰਜਨ, ਤਾਸਿਉ ਰੋਚ ਨਾ ਬਢਾਈ। ਨਾਨਕ ਕਹਿਤ ਜਗਤ ਸਭ ਮਿਥਿਆ, ਜਿਉ ਸੁਪਨਾ ਰਹਿ ਨਾਈ। ਦੀਨ ਦਇਆਲ ਸਦਾ ਦੁਖ ਭੰਜਨ, ਤਾਸਿਉ ਰੋਚ ਨਾ ਬਢਾਈ। ਨਾਨਕ ਕਹਿਤ ਜਗਤ ਸਭ ਮਿਥਿਆ, ਜਿਉ ਸੁਪਨਾ ਰਹਿ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਹਨ ਸਤਿਗੁਰੂ ਮਹਾਰਾਜ ਦੀ ਮੁਬਾਰਕ ਚਰਨ ਸ਼ਰਨ ਵਿੱਚ ਸੱਜ ਕੇ ਬੜੀ ਇਕਾਗਰਤਾ ਸਤਿਕਾਰ ਸਹਿਤ ਆਪ ਜੀ ਨੇ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਪਾਠ ਅਤੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਬਾਣੀ ਦੇ ਵਿੱਚੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਮੁਬਾਰਕ ਸ਼ਬਦਾਂ ਦੀ ਵਿਚਾਰ ਕਰਨ ਦਾ ਸਤਿਗੁਰੂ ਦੀ ਮਿਹਰ ਸਦਕਾ ਯਤਨ ਆਪਾਂ ਕਰ ਰਹੇ ਹਾਂ। ਰਾਗ ਸਾਰੰਗ ਦੇ ਵਿੱਚੋਂ ਆਪ ਜੀ ਨੇ ਨੌਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਦੇ ਰੂਪ ਵਿੱਚ ਸੁਣਿਆ ਹੈ। ਇਸ ਰਾਗ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੁੱਲ 4 ਸ਼ਬਦ ਦਰਜ ਨੇ ਅਤੇ ਇਸ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਪਹਿਲਾ ਸ਼ਬਦ ਹੈ, ਜਿਸ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸ਼ਬਦਾਂ ਦੀ ਕਿਉਂਕਿ ਆਰੰਭਤਾ ਹੋ ਰਹੀ ਹੈ, ਇਸ ਕਰਕੇ ਸੰਖੇਪ ਮੰਗਲਾਚਰਨ ਸਤਿਗੁਰੂ ਨੇ ਇਸ ਉੱਪਰ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਇੱਕ ਹਿੰਦਸੇ ਦਾ ਭਾਵ ਹੈ ਕੁੱਲ ਮਖਲੂਕ ਕਾਇਨਾਤ, ਸਮੁੱਚੀ ਸਿਰਜਣਾ ਨੂੰ ਪੈਦਾ ਕਰਨ ਵਾਲਾ ਸਿਰਜਕ, ਚਲਾਉਣ ਵਾਲਾ ਚਾਲਕ ਤੇ ਖਤਮ ਕਰਨ ਵਾਲਾ ਘਾਲਕ, ਭਾਵ ਸਮੁੱਚੀ ਸੱਤਾ ਇੱਕ ਹੀ ਹੈ। ਕਿਉਂਕਿ ਭਾਰਤੀ ਪਰੰਪਰਾ ਦੇ ਵਿੱਚ ਅਤੇ ਇਸਲਾਮੀ ਪਰੰਪਰਾ ਦੇ ਵਿੱਚ ਇੱਕ ਬ੍ਰਹਮ ਅਤੇ ਇੱਕ ਅੱਲਾ ਦੀ ਗੱਲ ਹੁੰਦਿਆਂ ਹੋਇਆਂ ਵੀ
ਸਮੁੱਚੀ ਕਾਇਨਾਤ ਦੇ ਪ੍ਰਬੰਧ ਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡ ਕੇ ਵਿਆਖਿਆ ਕੀਤੀ ਗਈ ਹੈ। ਅੱਲਾ ਤੇ ਇੱਕ ਹੈ, ਬ੍ਰਹਮ ਤੇ ਇੱਕ ਹੈ, ਪਰ ਉਸ ਦੇ ਕਾਰਿੰਦੇ ਇਸ ਸਮੁੱਚੇ ਪਸਾਰੇ ਨੂੰ ਚਲਾਉਂਦੇ ਨੇ। ਜਿਵੇਂ ਅਸੀਂ ਭਾਰਤੀ ਪਰੰਪਰਾ ਨੂੰ ਤਾਂ ਸੌਖਿਆਂ ਸਮਝਦੇ ਹਾਂ ਵੀ ਉੱਥੇ ਦੇਵੀ ਦੇਵਤਿਆਂ ਦਾ ਵੱਖਰੀਆਂ ਵੱਖਰੀਆਂ ਸ਼ਕਤੀਆਂ ਦਾ ਜ਼ਿਕਰ ਹੈ। ਮੀਂਹ ਪੈਂਦਾ ਤੇ ਕਿਸੇ ਦੇਵਤੇ ਦੀ ਕਿਰਪਾ ਨਾਲ, ਧੁੱਪ ਚੜ੍ਹਦੀ ਹੈ ਤੇ ਕਿਸੇ ਦੇਵਤੇ ਦੀ ਕਿਰਪਾ ਨਾਲ, ਜਨਮ ਹੁੰਦਾ ਹੈ ਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕੋਈ ਵੱਖਰਾ ਹੈ, ਚਲਾਉਣ ਵਾਲਾ ਰੋਜ਼ੀ ਦੇਣ ਵਾਲਾ ਕੋਈ ਵੱਖਰਾ ਹੈ, ਖਤਮ ਕਰਨ ਵਾਲਾ ਮੌਤ ਦਾ ਦੇਵਤਾ ਵੱਖਰਾ ਹੈ। ਪਰ ਕੁਝ ਇਸ ਐਸੀ ਰਲਦੀ ਮਿਲਦੀ ਵਿਆਖਿਆ ਹੀ ਇਸਲਾਮੀ ਪ੍ਰਬੰਧ ਦੇ ਵਿੱਚ ਵੀ ਹੈ। ਮੌਤ ਦਾ ਫਰਿਸ਼ਤਾ, ਮੀਂਹ ਦਾ ਫਰਿਸ਼ਤਾ, ਪੈਗਾਮ ਲਿਆਉਣ ਵਾਲਾ ਫਰਿਸ਼ਤਾ, ਜਨਮ ਦੇਣ ਵਾਲਾ ਫਰਿਸ਼ਤਾ, ਲੇਖਾ ਕਰਨ ਵਾਲਾ ਫਰਿਸ਼ਤਾ ਵੱਖਰਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਦੇ ਵਿੱਚ ਸਤਿਗੁਰੂ ਨੇ ਸਾਰਾ ਕਾਰ ਭਾਰ ਪਰਮੇਸ਼ਰ ਤੇ ਪਰਮੇਸ਼ਰ ਦੇ ਹੁਕਮ ਉੱਤੇ ਰੱਖਿਆ ਕਿ ਇੱਕ ਸੱਤਾ ਹੀ ਸੰਸਾਰ ਨੂੰ ਚਲਾਉਣ ਵਾਲੀ ਹੈ ਤੇ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਉਸ ਨੂੰ ਸਤਿਗੁਰੂ ਕਹਿੰਦੇ ਨੇ ਹੁਕਮੀ ਦਾ ਹੁਕਮ ਹੀ ਸੰਸਾਰ ਦੇ ਸਮੁੱਚੇ ਕਾਰ ਵਿਹਾਰ ਨੂੰ ਚਲਾ ਰਿਹਾ। ਪੈਦਾਇਸ਼ ਹੋਣੀ, ਚੱਲਣਾ, ਖਤਮ ਹੋਣਾ, ਇਹ ਸੰਸਾਰ ਦੇ ਜਿੰਨੇ ਵੀ ਜੋੜ ਤੋੜ ਨੇ ਸਭ ਉਸ ਦੇ ਹੁਕਮ ਦੇ ਅਨੁਕੂਲ ਨੇ, ਹੁਕਮ ਦੇ ਵਿੱਚ ਨੇ। ਤੇ ਸਤਿਗੁਰੂ ਨੇ ਇੰਨਾ ਵੀ ਕਿਹਾ ਵੀ ਹਾਂ, ਮਨੁੱਖ ਉਸ ਦੇ ਹੁਕਮ ਦੀ ਟੇਕ ਰੱਖ ਕੇ ਜੀਵਨ ਜੀਵੇ ਤੇ ਸਹਿਲਾ ਜੀਵਨ ਹੋ ਸਕਦਾ ਹੈ। ਪਰ ਜੇ ਹੁਣ ਕੋਈ ਇਹ ਆਖੇ ਵੀ ਉਸ ਦੇ ਹੁਕਮ ਨੂੰ ਕੋਈ ਵਿਆਖਿਆ ਕਰਕੇ ਜਾਂ ਐਕਸਪਲੇਨ ਕਰਕੇ ਦੱਸੇ ਵੀ ਕਿਵੇਂ ਹੈ, ਤਾਂ ਉਹਦੇ ਵਿੱਚ ਬੜੀ ਉਲਝਣ ਹੈ। ਮਹਾਰਾਜ ਕਹਿੰਦੇ ਉਸ ਨੂੰ ਬਿਆਨਿਆ ਨਹੀਂ ਜਾ ਸਕਦਾ, ਹੁਕਮ ਨਾ ਕਹਿਆ ਜਾਏ। ਕਿਉਂਕਿ ਜਦੋਂ ਕਹਿਣ ਦੀ ਗੱਲ ਆਏਗੀ ਤੇ ਕਹਿਣ ਦੀ ਤਾਂ ਲਿਮਟ ਹੈ ਨਾ, ਸਾਡੀ ਸਮਝ ਦਾ ਦਾਇਰਾ ਹੈ। ਫਿਰ ਜਿੰਨਾ ਅਸੀਂ ਸਮਝਦੇ ਹਾਂ ਉਹਨੂੰ ਕਹਿਣ ਲਈ ਸ਼ਬਦ ਵੀ ਉਸ ਪਾਏ ਦੇ ਚਾਹੀਦੇ ਨੇ। ਸ਼ਬਦਾਂ ਦੀ ਆਪਣੀ ਲਿਮਟ ਹੈ, ਆਪਣੀ ਹੱਦ ਹੈ, ਬਹੁਤ ਕੁਝ ਹੈ। ਇਸ ਕਰਕੇ ਮਨੁੱਖ ਦੀ ਬੁੱਧੀ ਤੇ ਮਨੁੱਖ ਦਾ ਕਹਿਣਾ ਸਭ ਕੁਝ ਹੀ ਇੱਕ ਸੀਮਤ ਦਾਇਰੇ ਦਾ ਹੈ, ਅਸੀਮ ਨਹੀਂ ਹੈ। ਪਰ ਜਿਹੜੀ ਚੀਜ਼ ਦੀ ਵਿਆਖਿਆ ਅਸੀਂ ਚਾਹੁੰਦੇ ਹਾਂ ਉਹ ਅਸੀਮ ਹੈ, ਉਹ ਕਿਸੇ ਹੱਦ ਵਿੱਚ ਨਹੀਂ। ਇਹ ਤਾਂ ਉਵੇਂ ਦੀ ਖੇਡ ਹੈ ਵੀ ਜਿਵੇਂ ਸਮੁੰਦਰ ਨੂੰ ਕੋਈ ਭਾਂਡੇ 'ਚ ਨਹੀਂ ਪਾ ਸਕਦਾ। ਭਾਂਡਾ ਇੱਕ ਸੀਮਤ ਦਾਇਰਾ ਹੈ ਕਿ ਉਸ ਭਾਂਡੇ ਦੇ ਹਿਸਾਬ ਨਾਲ ਜਿਹੜਾ ਸਮੁੰਦਰ ਦਾ ਪਾਣੀ ਉਹ ਅਸੀਮ ਹੈ, ਜ਼ਿਆਦਾ ਹੈ। ਇਸੇ ਤਰ੍ਹਾਂ ਜੋ ਅਨਹੱਦ ਹੈ ਜਾਂ ਬੇਹੱਦ ਹੈ ਜਾਂ ਅਨੰਤ ਹੈ ਜਾਂ ਬੇਅੰਤ ਹੈ, ਉਹ ਇੱਕ ਹੱਦ ਦੇ ਵਿੱਚ, ਇੱਕ ਸੀਮਤ ਦਾਇਰੇ ਦੇ ਵਿੱਚ, ਇੱਕ ਲਿਮਟਿਡ ਦਾਇਰੇ ਦੇ ਵਿੱਚ ਨਹੀਂ ਆ ਸਕਦਾ। ਇਸ ਲਈ ਸਾਹਿਬ ਨੇ ਬੜੇ ਸੰਖੇਪ ਔਰ ਸਾਦੇ ਸ਼ਬਦਾਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਤੋ ਸਾਡੀਆਂ ਜੋ ਵੀ ਵਿਆਖਿਆਵਾਂ ਹੋਣਗੀਆਂ ਉਹ ਕਿਸੇ ਦਾਇਰੇ ਵਿੱਚ ਹੋਣਗੀਆਂ, ਕਿਸੇ ਸੀਮਤ ਦਾਇਰੇ ਵਿੱਚ। ਸਾਹਿਬ ਸਤਿਗੁਰੂ ਮਹਾਰਾਜ ਉਸ ਵਜਵੀਂ ਸੱਤਾ ਨੂੰ ਇੱਕ ਓੰਕਾਰ ਆਖਦੇ ਹਨ। ਵਿਆਪਕ ਹੈ ਸਾਰੀ ਕਾਇਨਾਤ ਵਿੱਚ। ਸਤ ਸ਼ਬਦ ਜਿਹੜਾ, ਸਤ ਦਾ ਮਤਲਬ ਹੈ ਜਿਸ ਉੱਤੇ ਕਾਲ ਦਾ, ਸਮੇਂ ਦਾ ਪ੍ਰਭਾਵ ਨਹੀਂ, ਜਿਸ ਨੇ ਪੁਰਾਣੇ ਨਹੀਂ ਹੋਣਾ, ਜਿਸ ਨੇ ਖਤਮ ਨਹੀਂ ਹੋਣਾ, ਜਿਸ ਦੀ ਹੱਦ ਜਾਂ ਸੀਮਾ ਕੋਈ ਨਹੀਂ। ਤੇ ਗੁਰ ਸ਼ਬਦ ਜਿਹੜਾ ਹੈ ਇਹ ਗੁਰੂ ਦੀ ਅਗੰਮੀ ਤਾਕਤ ਦਾ ਪ੍ਰਤੀਕ ਹੈ, ਜਿਸ ਰਾਹੀਂ ਸਾਨੂੰ ਉਸ ਪਰਮੇਸ਼ਰ ਦੀ, ਪਰਮੇਸ਼ਰ ਦੇ ਹੁਕਮ ਦੀ ਸੋਝੀ ਹੁੰਦੀ ਹੈ। ਤੇ ਪ੍ਰਸਾਦ ਦਾ ਅਰਥ ਹੈ ਬਖਸ਼ਿਸ਼, ਰਹਿਮਤ, ਕਿਰਪਾ। ਇਸ ਤੋਂ ਅੱਗੇ ਸ਼ਬਦ ਦਾ ਆਰੰਭ ਹੈ ਰਾਗ ਸਾਰੰਗ, ਮਹੱਲਾ 9ਵਾਂ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਸਾਰੰਗ ਦੇ ਵਿੱਚ ਸ਼ਬਦ ਹੈ। ਤੇ ਰਹਾਉ ਵਾਲਾ ਬੰਦ ਹੈ ਹਰ ਬਿਨ ਤੇਰੋ ਕੋ ਨਾ ਸਹਾਈ, ਕਾਂ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ। 9ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਇਹ ਖਾਸ ਵਿਸ਼ਾ ਹੈ। ਤੇ ਸਮਗਰ ਸ਼ਬਦਾਂ ਨੂੰ ਜੇ ਰਲਾ ਕੇ ਆਪਾਂ ਪੜ੍ਹੀਏ, ਸਤਿਗੁਰੂ ਮਹਾਰਾਜ ਦੇ 57 ਸ਼ਬਦ ਤੇ 59 ਸ਼ਲੋਕ ਨੇ। 59 ਸ਼ਬਦ ਅਤੇ 57 ਸ਼ਲੋਕ ਨੇ। ਜੇ ਸਮੁੱਚੀ ਸਮਗਰ ਬਾਣੀ ਨੂੰ ਰਲਾ ਕੇ ਪੜ੍ਹੀਏ ਤੇ ਮਹਾਰਾਜ ਦੀ ਬਾਣੀ 'ਚੋਂ ਇੱਕ ਇਹ ਪੱਖ ਜਿਹੜਾ ਬੜਾ ਉਘੜ ਕੇ ਸਾਹਮਣੇ ਆਉਂਦਾ ਹੈ। ਸੰਸਾਰ ਨਾਸ਼ਵੰਤ ਹੈ, ਪਦਾਰਥ ਨੇ, ਸੰਪਤੀ ਨੇ,
ਦੌਲਤ ਨੇ, ਪੈਸੇ ਨੇ, ਰੁਤਬੇ ਨੇ, ਰੂਪ ਰੰਗ ਨੇ, ਤਾਕਤਾਂ ਨੇ, ਰਿਸ਼ਤੇਦਾਰੀਆਂ ਨੇ ਤੇਰਾ ਸਾਥ ਨਹੀਂ ਦੇਣਾ। ਤੇ ਕਈ ਵਾਰ ਇਸ ਬਝਵੇਂ ਜਿਹੇ ਪ੍ਰਭਾਵ ਤੋਂ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ, ਕਿਉਂਕਿ ਲਿਖਾਰੀਆਂ ਨੇ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਦਾ ਖਾਕਾ ਚਿਤਰਿਆ ਜਾਂ ਲਿਖਿਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਵੱਡੇ ਵੈਰਾਗੀ ਸਨ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ, ਵੈਰਾਗ ਇੱਕ ਧਰਮ ਦਾ ਬੜਾ ਵੱਡਾ ਗੁਣ ਹੈ। ਪਰ ਉਹਨਾਂ ਨੇ ਵੈਰਾਗ ਦੀ ਜਿਹੜੀ ਤਸਵੀਰ ਉਕਰੀ ਹੈ ਉਹ ਬੜੀ ਅਜੀਬ ਕਿਸਮ ਦੀ ਹੈ। ਉਹਨਾਂ ਨੇ ਟੋਹ ਤਾਂ ਲੈ ਲਈ ਵੀ ਮਹਾਰਾਜ ਦੀ ਬਾਣੀ ਦੇ ਵਿੱਚ ਸੰਸਾਰ ਨੂੰ ਮਿਥਿਆ, ਨਾਸ਼ਵੰਤ, ਸੁਪਨੇ ਦੀ ਨਿਆਈ, ਬੱਦਲਾਂ ਦੀ ਛਾਂ ਇਸ ਤਰ੍ਹਾਂ ਕਿਹਾ ਗਿਆ ਹੈ ਤੇ ਸਭ ਕੁਝ ਰਿਸ਼ਤੇ ਨਾਤੇ ਝੂਠ ਨੇ, ਮਿਥਿਆ ਨੇ, ਇਹ ਮੰਨਿਆ ਗਿਆ। ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਵੈਰਾਗੀ ਤਾਂ ਲਿਖਿਆ, ਪਰ ਵੈਰਾਗ ਦਾ ਜਿਹੜਾ ਉਹਨਾਂ ਖਾਕਾ ਚਿਤਰਿਆ ਜਾਂ ਤਸਵੀਰ ਉਕਰੀ ਉਹਨਾਂ ਨੇ ਇਹ ਬਣਾਈ ਵੀ ਜਿਵੇਂ ਭਾਰਤ ਵਿੱਚ ਕੋਈ ਵੈਰਾਗੀ ਸੰਪਰਦਾ, ਵੈਰਾਗੀ ਸਾਧੂਆਂ ਦੀ ਮੰਡਲੀ ਹੈ। ਉਹਨਾਂ ਦੇ ਵਿੱਚ ਵੈਰਾਗ ਦਾ ਜੋ ਅਰਥ ਹੈ, ਜੋ ਐਕਸਪਲੇਨੇਸ਼ਨ ਹੈ, ਉਹ ਇਹ ਹੈ ਕਿ ਸਭ ਕੁਝ ਮਿਥਿਆ ਹੈ, ਨਾਸ਼ਵੰਤ ਹੈ, ਤੇ ਜਦੋਂ ਸਭ ਕੁਝ ਹੈ ਹੀ ਮਿਥਿਆ ਫਿਰ ਇਹਦੇ ਨਾਲ ਕਿਸੇ ਵੀ ਕਿਸਮ ਦਾ ਸੰਬੰਧ ਰੱਖਣ ਦੀ ਲੋੜ ਹੀ ਕੀ ਹੈ। ਉਹ ਆਮ ਤੌਰ ਤੇ ਸਮਾਜ ਨਾਲੋਂ ਅਲੱਗਾ ਰਹਿੰਦੇ ਸਨ, ਵੱਖਰੇ। ਕਿਸੇ ਰਿਸ਼ਤੇ ਨੂੰ ਨਿਭਾਉਣਾ, ਕੋਈ ਫਰਜ਼ ਸਮਾਜਿਕ ਪੂਰਾ ਕਰਨਾ, ਇਹ ਸਾਰੀਆਂ ਚੀਜ਼ਾਂ ਉਹਨਾਂ ਵਾਸਤੇ ਮਾਇਆ 'ਚ ਫਸਣ ਵਾਲੀ ਗੱਲ ਹੈ। ਪਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਔਰ ਉਹਨਾਂ ਦੀ ਬਾਣੀ ਨੂੰ ਵੀ ਹੋਰ ਥੋੜ੍ਹਾ ਧਿਆਨ ਗੋਚਰਾ ਪੜ੍ਹੀਏ ਤੇ ਸਤਿਗੁਰੂ ਤੇ ਉਹਨਾਂ ਵੈਰਾਗੀਆਂ ਦੇ ਟੋਲੇ ਵਰਗੇ ਨਹੀਂ ਨਾ। ਮਹਾਰਾਜ ਤਾਂ ਆਪ ਵੀ ਗ੍ਰਸਤੀ ਸਨ, ਪਰਿਵਾਰ ਵਾਲੇ ਸਨ। ਸਤਿਗੁਰੂ ਮਹਾਰਾਜ ਨੇ ਨਗਰ ਵੀ ਵਸਾਏ, ਧਰਮ ਪ੍ਰਚਾਰ ਵੀ ਕੀਤਾ। ਜੋ ਸੰਸਾਰ ਦੀਆਂ ਲੋੜਾਂ ਨੇ ਉਹ ਆਪਣੀਆਂ ਵੀ ਸਮਾਜਿਕ ਸਰੀਰਕ ਪੂਰੀਆਂ ਕੀਤੀਆਂ, ਪਰਿਵਾਰਕ ਲੋੜਾਂ ਤੇ ਸੰਸਾਰ ਦੇ ਲੋਕਾਂ ਦੀਆਂ ਲੋੜਾਂ ਦਾ ਵੀ ਧਿਆਨ ਰੱਖਿਆ। ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਵਿਚਾਰੀਏ ਤਾਂ ਬੜਾ ਕੁਝ ਸਾਡੇ ਮਹਾਰਾਜ ਨੇ ਜੰਗ ਵੀ ਲੜੀ ਆਪਣੇ ਜੀਵਨ ਵਿੱਚ। ਹੁਣ ਇਹ ਸਾਰੇ ਪੱਖ ਜਿਹੜੇ ਨੇ ਮਹਾਰਾਜ ਦੇ, ਉਹਨਾਂ ਦੀ ਵਿਆਖਿਆ ਨਾਲੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨੂੰ ਅਲੱਗਾ ਕਰਦੇ ਨੇ, ਵੱਖਰਿਆਂ ਕਰਦੇ ਨੇ। ਫਿਰ ਗੁਰਮਤਿ ਦੇ ਮੁਤਾਬਕ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਵੈਰਾਗ ਦੇ ਕੀ ਅਰਥ ਨੇ? ਗੁਰਮਤਿ ਵਿੱਚ ਵੈਰਾਗ ਦੇ ਅਰਥ ਨੇ ਪ੍ਰੇਮ। ਗੁਰਮਤਿ ਵਿੱਚ ਵੈਰਾਗ ਦੇ ਅਰਥ ਨੇ ਵਿਕਾਰ ਤੋਂ ਉਪਰਾਮ ਹੋਣਾ, ਨਾ ਕਿ ਪਦਾਰਥ ਨਾਲੋਂ ਸੰਬੰਧ ਤੋੜਨਾ। ਪਦਾਰਥ ਦੇ ਲਾਲਚ ਨਾਲੋਂ ਸੰਬੰਧ ਤੋੜਨਾ ਵੈਰਾਗ ਹੈ। ਰਿਸ਼ਤੇ ਨਾਤਿਆਂ ਤੋਂ ਸੰਬੰਧ ਤੋੜਨਾ ਵੈਰਾਗ ਨਹੀਂ ਹੈ ਗੁਰਮਤਿ ਵਿੱਚ। ਪਰ ਉਹਨਾਂ ਰਿਸ਼ਤੇ ਨਾਤਿਆਂ ਨੂੰ ਲੈ ਕੇ ਬੰਦਾ ਜਿਹੜੇ ਜ਼ੁਲਮ, ਪਾਪ, ਅਤਿਆਚਾਰ ਕਰਦਾ ਹੈ, ਲੁੱਟ ਖਸੁੱਟ ਕਰਦਾ ਹੈ, ਉਹ ਜਿਹੜੀ ਨੈਗੇਟਿਵਿਟੀ ਹੈ ਜੁੜੀ ਹੋਈ, ਉਸ ਤੋਂ ਉਪਰਾਮ ਹੋਣਾ ਵੈਰਾਗ ਹੈ ਗੁਰਮਤਿ ਵਿੱਚ। ਇਸ ਪੱਖ ਨੂੰ ਸਮਝੀਏ। ਹੁਣ ਜਿਵੇਂ ਮੈਂ ਉਦਾਹਰਣ ਦੇਣਾ, ਮਨੁੱਖ ਨੂੰ ਆਪਣੀ ਲੋੜ ਨਜ਼ਰ ਆਉਂਦੀ ਹੈ। ਲੋੜ ਦੀ ਪੂਰਤੀ ਕਰਨ ਵਾਸਤੇ ਮਨੁੱਖ ਯਤਨ ਕਰਦਾ ਹੈ, ਕਿਰਤ ਕਰਦਾ ਹੈ, ਸੰਘਰਸ਼ ਵੀ ਕਰਦਾ ਹੈ। ਕਿਰਤ ਕਰਨ ਲਈ ਸੰਘਰਸ਼ ਕਰਨਾ ਪੈਂਦਾ। ਹੁਣ ਕਿਰਤ ਕਰਦਿਆਂ ਸੰਘਰਸ਼ ਕਰਨਾ ਪਏਗਾ, ਪਰ ਜੇ ਮਨੁੱਖ ਇਹ ਸੋਚੇ ਕਿ ਮੈਂ ਕੇਵਲ ਆਪਣੀ ਲੋੜ ਤੋਂ ਅੱਗੇ ਵੀ ਵੱਧ ਕੇ ਉਹ ਸਾਰਾ ਕੁਝ ਜੋ ਦੂਸਰੇ ਕੋਲ ਹੈ ਮੇਰੇ ਕੋਲ ਹੋਣਾ ਚਾਹੀਦਾ ਹੈ, ਇਹ ਦੌੜ, ਇਹ ਜਿੰਨੀ ਦੌੜ ਹੈ ਫਿਰ ਮਨੁੱਖ ਦੇ ਅੰਦਰ ਕੀ ਪੈਦਾ ਕਰਦੀ? ਉਹਨੂੰ ਜਦੋਂ ਲੱਗਦਾ ਨਾ ਵੀ ਮੇਰੀ ਕਿਰਤ ਦੀ ਇੰਨੀ ਪਾਇਆ ਨਹੀਂ ਵੀ ਮੈਂ ਪਦਾਰਥ ਦੇ ਉਸ ਰੁਤਬੇ ਤੱਕ ਪਹੁੰਚ ਜਾਵਾਂ, ਯਾਨੀ ਕਿ ਮੰਨ ਲਓ ਜੋ ਦੂਜੇ ਕੋਲ ਜ਼ਿਆਦਾ ਹੈ, ਮੇਰੀ ਕਿਰਤ ਦੀ ਇੰਨੀ ਪਾਇਆ ਨਹੀਂ, ਮੈਂ ਇੰਨਾ ਸਟਰਗਲ ਨਹੀਂ ਕਰ ਸਕਦਾ ਵੀ ਮੇਰੇ ਕੋਲ ਇੰਨਾ ਹੋਵੇ, ਕੋਈ ਜ਼ਰੂਰੀ ਥੋੜ੍ਹਾ। ਫਿਰ ਉਹ ਸ਼ਾਰਟਕਟ ਲੱਭਦਾ। ਫਿਰ ਮੈਂ ਕੀ ਕਰ ਜੇ ਮੈਂ ਇੰਨੀ ਕਿਰਤ ਨਾਲ, ਇੰਨੀ ਮਿਹਨਤ ਨਾਲ ਨਹੀਂ ਹਾਸਲ ਕਰ ਸਕਦਾ, ਫਿਰ ਮੈਨੂੰ ਕੋਈ ਦੂਜਾ ਰਾਹ ਲੱਭਣਾ ਚਾਹੀਦਾ। ਉਹ ਦੂਜਾ ਰਸਤਾ ਕੀ ਹੈ? ਮਿਹਨਤ ਉਸ ਰਸਤੇ 'ਚ ਵੀ ਹੈ, ਚੇਤੇ 'ਚ ਰੱਖਿਓ। ਜੇ ਚੋਰ ਚੋਰੀ ਕਰਦਾ ਤੇ ਬਿਨਾਂ ਮਿਹਨਤ ਤੋਂ ਨਹੀਂ ਕਰਦਾ। ਠੱਗ ਨੂੰ ਵੀ ਠੱਗੀ ਮਾਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਸਟਰਗਲ, ਰਿਸਕ ਉਹਦੀ ਜ਼ਿੰਦਗੀ 'ਚ ਵੀ ਹੈ, ਪਰ ਉਹ ਰਸਤਾ ਸਹੀ ਨਹੀਂ। ਉਹ ਮਨੁੱਖ ਦੀ ਆਤਮਾ ਵੀ ਪਲੀਤ ਕਰਦਾ ਹੈ, ਉਹ ਮਨੁੱਖ ਦਾ ਕਿਰਦਾਰ ਵੀ ਨੀਵਾਂ ਕਰਦਾ ਹੈ। ਉਹ ਰਾਹ ਰਸਤਾ ਜਿਹੜਾ ਹੈ ਉਹ ਸੰਸਾਰ ਤੇ ਸਮਾਜ ਵਿੱਚ ਡਿਸਟਰਬੈਂਸ ਵੀ ਪੈਦਾ ਕਰਦਾ ਹੈ। ਉੱਥੇ ਫਿਰ ਤਿਆਗ ਨਹੀਂ ਹੋਏਗਾ, ਕੁਰਬਾਨੀ ਨਹੀਂ ਹੋਏਗੀ, ਭਲਾ ਨਹੀਂ ਹੋਏਗਾ, ਪਰਉਪਕਾਰ ਨਹੀਂ ਹੋਏਗਾ, ਉੱਥੇ ਤਾਂ ਲੁੱਟ ਖਸੁੱਟ ਹੈ।
ਜਦੋਂ ਵੀ ਸਤਿਗੁਰੂ ਮਨੁੱਖ ਨੂੰ ਸਮਝਾਉਂਦੇ ਨੇ ਪਦਾਰਥ ਥਿਰ ਨਹੀਂ ਰਹਿਣਾ, ਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਮਨੁੱਖ ਆਪਣਾ ਘਰ ਸਵਾਰੇ ਨਾ, ਜਾਂ ਆਪਣੇ ਰਹਿਣ ਦਾ ਪ੍ਰਬੰਧ ਨਾ ਕਰੇ, ਜਾਂ ਖਾਣ ਦਾ ਪ੍ਰਬੰਧ ਨਾ ਕਰੇ, ਜਾਂ ਸਰੀਰ ਜਾਂ ਜੀਵਨ ਜਾਂ ਪਰਿਵਾਰ ਦੀਆਂ ਲੋੜਾਂ ਨਾ ਪੂਰੀਆਂ ਕਰੇ। ਉੱਥੇ ਇਹ ਭਾਵ ਬਿਲਕੁਲ ਨਹੀਂ ਹੁੰਦਾ। ਉੱਥੇ ਭਾਵ ਹੁੰਦਾ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਅਸੀਂ ਗਲਤ ਕਰਮ ਕਰਦੇ ਹਾਂ ਜੀਵਨ ਦੇ ਵਿੱਚ, ਮੰਦਾ ਆਚਰਣ ਕਮਾਉਂਦੇ ਹਾਂ, ਉਹਦੇ ਤੋਂ ਕਿਸੇ ਤਰ੍ਹਾਂ ਛੁਟਕਾਰਾ ਪਾਉਣਾ ਪਏਗਾ। ਜੀਵਨ ਦਾ ਮਨੋਰਥ ਪਦਾਰਥਾਂ ਦੇ ਢੇਰ ਉੱਤੇ ਬਹਿਣਾ ਨਹੀਂ। ਜੀਵਨ ਦਾ ਮਨੋਰਥ ਹੈ ਜ਼ਿੰਦਗੀ ਦਾ, ਜੀਵਨ ਦਾ ਆਨੰਦ ਪ੍ਰਾਪਤ ਕਰਨਾ, ਤੇ ਪਦਾਰਥ ਉਹਦੇ ਲਈ ਇੱਕ ਸਹਾਇਕ ਹੈ, ਟਾਰਗੇਟ ਨਹੀਂ ਹੈ। ਪਦਾਰਥ ਉਹਦੇ ਲਈ ਸਹਾਇਕ ਹੈ, ਮਟੀਰੀਅਲ ਹੈ, ਉਹਦੇ ਰਸਤੇ ਦੇ ਵਿੱਚ ਵਰਤੋਂ ਦੀ ਚੀਜ਼ ਹੈ। ਏਮ ਨਹੀਂ ਹੈ ਸਾਡਾ ਸੰਸਾਰ ਦਾ। ਜੇ ਸਾਰੀ ਧਰਤੀ ਵੀ ਮੰਨ ਲਓ ਮੇਰੀ ਹੋ ਜਾਏ, ਇਹਦੇ ਨਾਲ ਮੇਰੇ ਜੀਵਨ ਨੂੰ ਫਰਕ ਕੀ ਪਏਗਾ? ਜਿੰਨੇ ਮੇਰੇ ਸਾਹ ਨੇ, ਜਿੰਨੀ ਮੇਰੀ ਜ਼ਿੰਦਗੀ ਹੈ ਜੀਣੀ, ਤੇ ਮੈਂ ਉਨੀ ਹੈ ਨਾ। ਤੇ ਜੇ ਮੈਂ ਆਪਣਾ ਜੀਵਨ ਸੰਸਾਰ ਦੇ ਬਾਕੀ ਲੋਕਾਂ ਨੂੰ ਖਤਮ ਕਰਕੇ, ਤਬਾਹ ਕਰਕੇ, ਬਰਬਾਦ ਕਰਕੇ ਸਾਰੀ ਦੁਨੀਆ ਦੀ ਮਲਕੀਅਤ ਹਾਸਲ ਕਰ ਵੀ ਲਵਾਂ, ਤੇ ਉਧਰੋਂ ਸਮਾਂ ਪੁੱਗ ਜਾਏ, ਤੇ ਕੀ ਖਟਿਆ? ਕਮਾਇਆ ਕੀ? ਇਸੇ ਲਈ ਸਿਕੰਦਰ ਬਾਰੇ ਕਿਹਾ ਜਾਂਦਾ ਸੀ ਨਾ, ਹਾਲਾਂਕਿ ਇੱਕ ਸਿੱਖਿਆਦਾਇਕ ਗੱਲ ਹੈ, ਉਹਨੇ ਬੜੀ ਛੋਟੀ ਉਮਰ ਦੇ ਵਿੱਚ ਧਰਤੀ ਦੇ ਇੱਕ ਵੱਡੇ ਹਿੱਸੇ ਦੇ ਉੱਤੇ ਜਿੱਤਾਂ ਹਾਸਲ ਕੀਤੀਆਂ ਸਨ। ਹਾਲਾਂਕਿ ਇਹਨਾਂ ਬਾਰੇ ਵੀ ਤਾਰੀਖਦਾਨਾਂ 'ਚ ਦੋ ਕਿਸਮ ਦੀ ਰਾਏ ਹੁੰਦੀ ਹੈ ਵੀ ਉਹ ਆਪਣੀ ਹਾਰ ਨੂੰ ਵੀ ਆਪਣੇ ਲਿਖਾਰੀਆਂ ਪਾਸੋਂ ਜੇਤੀ ਲਿਖਵਾਉਂਦਾ ਸੀ, ਕਿਉਂਕਿ ਉਹ ਚਾਹੁੰਦਾ ਸੀ ਤਾਰੀਖ ਦੇ ਵਿੱਚ ਮੈਨੂੰ ਜੇਤੂ ਮੰਨਿਆ ਜਾਏ। ਪਰ ਆਪਾਂ ਜਿੰਨੇ ਵੀ ਬੈਠੇ ਹਾਂ, ਸਾਡੇ ਕੋਲ ਕਿੰਨਾ ਕੁ ਵਕਤ ਹੈ ਵੀ ਅਸੀਂ ਰੋਜ਼ ਉੱਠ ਕੇ ਸਿਕੰਦਰ ਦੀ ਜੈ ਜੈਕਾਰ ਕਰਿਆ ਕਰੀਏ? ਕੀ ਮਾਇਨੇ ਨੇ ਇਸ ਗੱਲ ਦੇ? ਪਰ ਆਪਣੀ ਛੋਟੀ ਜਿਹੀ ਉਮਰ 'ਚ ਦੌੜਦਾ ਗਿਆ, ਦੌੜਦਾ ਗਿਆ, ਦੌੜਦਾ ਗਿਆ, ਇੱਕ ਹੱਦ ਤੱਕ ਜਾ ਕੇ ਉਹਦੇ ਸਾਥੀ ਵੀ ਉਹਨੂੰ ਜਵਾਬ ਦੇ ਗਿਆ ਵੀ ਨਹੀਂ, ਇਹ ਤੋਂ ਅੱਗੇ ਨਹੀਂ। ਕਿੱਥੋਂ ਤੱਕ ਜਾਣਾ? ਸਾਡੇ ਬਹੁਤੇ ਸਾਥੀ ਰਸਤੇ 'ਚ ਮਰ ਗਏ ਨੇ। ਅਸੀਂ ਮਾਂਗਵੀਆਂ ਫੌਜਾਂ ਲੈ ਕੇ ਅੱਗੇ ਤੋਂ ਅੱਗੇ ਲੋਕਾਂ ਨੂੰ ਹਰਾਉਂਦੇ ਤੇ ਲੜਦੇ ਆ ਰਹੇ ਹਾਂ। ਪੰਜਾਬ ਦੀ ਧਰਤੀ ਤੇ ਪੋਰਸ ਦੀ ਫੌਜ ਨਾਲ ਉਹਦਾ ਐਸਾ ਵਾਹ ਪਿਆ, ਉਹਨੂੰ ਲੱਗਿਆ ਵੀ ਨਹੀਂ, ਸਾਡੇ ਤੋਂ ਤਕੜੇ ਵੀ ਲੋਕ ਹੋ ਸਕਦੇ ਨੇ। ਉਹ ਵਾਪਸ ਮੁੜਦਾ ਹੈ, ਪਰ ਆਪਣੇ ਮੁਲਕ ਵਿੱਚ, ਆਪਣੇ ਘਰ ਵਿੱਚ ਉਹ ਜਿਉਂਦਾ ਵਾਪਸ ਨਹੀਂ ਜਾਂਦਾ। ਉਹਦੀ ਜ਼ਿੰਦਗੀ ਦੀ ਕਹਾਣੀ ਇੱਥੇ ਬੱਝੀ ਖੜੀ ਹੈ। ਪਰ ਹੁਣ ਜੇ ਤੁਸੀਂ ਸਮੁੱਚੇ ਢੰਗ ਨਾਲ ਉਸ ਨੂੰ ਵੇਖੋ, ਸਾਰੀ ਤਸਵੀਰ ਨੂੰ ਉਹਦੀ ਜ਼ਿੰਦਗੀ ਦੀ ਨੂੰ ਵੇਖੋ, ਤਾਂ ਜੀਵਨ ਕਿਹੜੇ ਕਾਰਜ ਵਿੱਚ ਗੁਜ਼ਰਿਆ? ਉਹਦੇ ਲਈ ਜੀਵਨ ਦੇ ਅਰਥ ਕੀ ਨੇ? ਲੋਕਾਂ ਨੂੰ ਮਾਰਨਾ, ਹਰਾਉਣਾ, ਲੋਕਾਂ ਦੀ ਅੱਖ ਨੀਵੀਂ ਕਰਨੀ, ਤੇ ਇਹ ਭਰਮ ਪਾਲਣਾ ਵੀ ਮੈਂ ਇੱਥੋਂ ਦਾ ਵੀ ਜੇਤੂ ਆ। ਇੱਥੋਂ ਜਿਸ ਦਿਨ ਸਾਹ ਨਿਕਲੇ, ਜਿੰਨਾ ਕੁਝ ਉਹਨੇ ਲੁੱਟਿਆ ਸੀ, ਜਿੰਨਾ ਕੁਝ ਉਹਨੇ ਕਮਾਇਆ ਸੀ, ਜਿੰਨੇ ਲੋਕਾਂ ਨੇ ਉਹਦੇ ਸਾਹਮਣੇ ਗੋਡੇ ਟੇਕ ਕੇ ਮੰਨਿਆ ਵੀ ਤੂੰ ਜੇਤੂ ਆ, ਅਸੀਂ ਹਾਰ ਗਏ, ਉਹਨਾਂ ਨੂੰ ਦੁੱਖ ਥੋੜ੍ਹਾ ਹੋਇਆ ਕਿ ਕਿੰਨਾ ਚੰਗਾ ਬੰਦਾ ਸੀ, ਦੁਨੀਆ ਤੋਂ ਚਲਾ। ਉਹਨਾਂ ਕਿਹਾ ਚੰਗਾ ਮਗਰੋਂ ਲੱਥਾ, ਮਜਬੂਰੀ ਸੀ ਸਾਡੀ ਉਹਦੇ ਅੱਗੇ ਗੋਡੇ ਟੇਕਣਾ, ਨਹੀਂ ਤਾਂ ਮਰ ਜਾਂਦੇ, ਮਾਰ ਦਿੱਤੇ ਜਾਂਦੇ। ਜੀਵਨ ਦਾ ਦੂਜਾ ਪਾਸਾ ਇਹ ਹੈ, ਉਹਦੀ ਮਹਾਨਤਾ ਵੀ ਮਹਾਨਤਾ ਨਹੀਂ, ਇੱਕ ਦਹਿਸ਼ਤ ਵਿੱਚੋਂ ਪੈਦਾ ਹੋਈ ਮਹਾਨਤਾ ਹੈ। ਇਹ ਚੀਜ਼ਾਂ ਅਸੀਂ ਕਮਾਉਂਦੇ ਆਰਟੀਫਿਸ਼ਲ ਸੰਸਾਰ 'ਚ। ਮਾਣ ਸਨਮਾਨ ਵੀ ਆਰਟੀਫਿਸ਼ਲ ਦਿੰਦੇ ਵੀ ਹਾਂ ਤੇ ਲੈਂਦੇ ਵੀ ਹਾਂ, ਜਿਹਦੇ ਪਿੱਛੇ ਸੱਚ ਕੁਝ ਨਹੀਂ ਹੁੰਦਾ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੁੱਖ ਕਹਿੰਦੇ ਹਾਂ, ਉਹ ਵੀ ਸਾਡੇ ਆਰਟੀਫਿਸ਼ਲ ਸੁੱਖ ਹੁੰਦੇ ਨੇ। ਉਹ ਸਾਡੀ ਤਸੱਲੀ ਤੇ ਸਾਡੀ ਸੈਟਿਸਫੈਕਸ਼ਨ ਦਾ ਕਾਰਨ ਨਹੀਂ ਬਣ ਪਾਉਂਦੇ। ਉਹ ਸਾਰੀਆਂ ਸਹੂਲਤਾਂ ਰਲ ਕੇ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਉਹ ਟਿਕਾ ਨਹੀਂ ਦਿੰਦੀਆਂ ਜੋ ਅਸੀਂ ਜ਼ਿੰਦਗੀ 'ਚ ਸਾਨੂੰ ਚਾਹੀਦਾ। ਤੇ ਫਿਰ ਮਹਾਰਾਜ ਕਹਿੰਦੇ ਮੈਂ ਕਿਉਂ ਨਾ ਆਖਾਂ ਵੀ ਤੂੰ ਜੋ ਕਮਾਇਆ ਮਿੱਥਿਆ ਹੀ ਕਮਾਇਆ। ਫਿਰ ਮੈਨੂੰ ਯਥਾਰਥ, ਸੱਚਾਈ, ਵਾਸਤਵਿਕ ਕਿਵੇਂ ਆਖਾਂ? ਫਿਰ ਤਾਂ ਮੈਂ ਇਹੀ ਕਹਾਂਗਾ ਨਾ ਵੀ ਸਭ ਮਿੱਥਿਆ ਹੀ ਹੈ। ਜੋ ਵੀ ਤੇਰੇ ਕੋਲ ਹੈ ਮਿੱਥ ਹੈ, ਸਭ ਦਿਸ ਰਿਹਾ ਹੈ, ਇਹਦੇ 'ਚ ਕੁਝ ਨਹੀਂ। ਦਿਸ ਤੇ ਰਿਹਾ ਹੈ, ਇਹਦੇ 'ਚ ਕੁਝ ਨਹੀਂ। ਇੱਕ ਮਜ਼ਦੂਰ, ਕਿਰਤੀ ਬੰਦਾ, ਹੱਡ ਭੰਨਵੀਂ ਮਿਹਨਤ ਕਰਕੇ ਜਾਂ ਕਿਸੇ ਵੀ ਤਰੀਕੇ ਜਦੋਂ ਰੋਟੀ ਕਮਾਉਂਦਾ ਹੈ ਨਾ, ਭਾਵੇਂ ਰੁੱਖੀ ਰੋਟੀ ਹੋਵੇ, ਉਹ ਆਪਣੇ ਬੱਚਿਆਂ ਨਾਲ, ਪਰਿਵਾਰ ਨਾਲ ਬਹਿ ਕੇ ਧਰਤੀ ਤੇ ਜ਼ਮੀਨ ਤੇ ਬਹਿ ਕੇ ਹੱਥ 'ਤੇ ਰੋਟੀ ਰੱਖ ਕੇ ਜਦੋਂ ਖਾ ਰਿਹਾ ਹੁੰਦਾ ਹੈ, ਉਹ ਮਾਹੌਲ ਕਈ ਵਾਰ ਅਰਬਾਂਪਤੀ ਬੰਦੇ ਨੂੰ ਨਸੀਬ ਨਹੀਂ ਹੁੰਦਾ। ਤੇ ਉਹਨਾਂ ਨੂੰ ਵੇਖ ਕੇ ਬਹੁਤੇ ਬੰਦਿਆਂ ਨੂੰ ਤਾਂ ਲੱਗਦਾ ਨਹੀਂ ਵੀ ਅਰਬਾਂਪਤੀ ਹੈ, ਲੱਗਦਾ ਵੀ ਸਭ ਤੋਂ ਵੱਧ ਕੰਗਾਲ ਬੰਦਾ ਹੀ ਦੁਨੀਆ ਦਾ ਇਹ ਹੈ।
ਉਹਨੂੰ ਲੱਗਦਾ ਦੁਨੀਆ ਮੇਰੇ ਸਿਰ ਤੇ ਚੱਲ ਰਹੀ, ਰੋਟੀ ਖਾਣ ਦਾ ਸਮਾਂ ਨਹੀਂ, ਚੰਗਾ ਪਹਿਨਣ ਦਾ ਵਕਤ ਨਹੀਂ, ਕਿਸੇ ਕੋਲ ਬਹਿਣ ਦਾ ਵਕਤ ਨਹੀਂ, ਘਰ ਪਰਿਵਾਰ ਦੀ ਪੁੱਛ-ਗਿੱਛ ਕਰਨ ਦਾ ਵਕਤ ਨਹੀਂ। ਉਹ ਸਵੇਰ ਤੋਂ ਉੱਠਦਾ, ਪੈਸੇ ਇਕੱਠੇ ਕਰਦਾ ਤੇ ਸ਼ਾਮ ਨੂੰ ਬੈਂਕ 'ਚ ਸੁੱਟ ਕੇ ਫਿਰ ਸੌਂ ਜਾਂਦਾ। ਉਹ ਕਿਹਦੀ ਜੌਬ ਕਰਦਾ? ਸੋਚੋ ਜ਼ਰਾ, ਉਹ ਕਿਹਦੀ ਜੌਬ ਕਰਦਾ? ਉਹ ਇਵੇਂ ਲੱਗਦਾ ਵੀ ਉਸ ਬੰਦੇ ਨੂੰ ਕਾਗਜ਼ਾਂ ਦਾ ਭਾਰ ਢੋਣ ਵਾਸਤੇ ਹੀ ਡਿਊਟੀ ਦਿੱਤੀ ਗਈ, ਵੀ ਤੂੰ ਇੱਧਰੋਂ ਚੁੱਕਣਾ ਤੇ ਇੱਥੇ ਸੁੱਟ ਦੇਣਾ। ਨਾ ਤੂੰ ਖਾਣਾ, ਨਾ ਤੂੰ ਪਹਿਨਣਾ, ਨਾ ਬੈਠਣਾ, ਨਾ ਹੱਸਣਾ, ਨਾ ਕਿਸੇ ਦਾ ਦੁੱਖ ਸੁਣਨਾ ਤੇ ਨਾ ਕਿਸੇ ਨੂੰ ਸੁਣਾਉਣਾ। ਉਹਦੇ ਲਈ ਜ਼ਿੰਦਗੀ ਦੇ ਅਰਥ ਕੀ ਨੇ? ਉਹਦੇ ਲਈ ਜੀਵਨ ਦੇ ਅਰਥ ਕੀ ਨੇ? ਹੁਣ ਸੋਚੋ ਵੀ ਐਸਾ ਬੰਦਾ ਜੇ 2 ਸਦੀਆਂ ਵੀ ਜੀਵੇ ਤੇ ਇਹੋ ਕੁਝ ਹੀ ਕਰੇਗਾ। ਐਸਾ ਬੰਦਾ 2 ਸਦੀਆਂ ਵੀ ਜੀਵੇਗਾ, 1000 ਸਾਲ ਵੀ ਜੀ ਲੈ, 10 ਸਦੀਆਂ ਜੀ ਲੈ, ਕੀ ਵੱਖਰਾ ਕਰੇਗਾ ਉਹ? ਸਤਿਗੁਰੂ ਸੱਚੇ ਪਾਤਸ਼ਾਹ ਇਸੇ ਨੂੰ ਕਹਿੰਦੇ ਨੇ ਵੀ ਇਹ ਤੇਰੇ ਲਈ ਤਾਂ ਮਿੱਥਿਆ ਹੀ ਹੈ ਨਾ। ਬਾਣੀ ਵਿੱਚ ਇਸੇ ਨੂੰ, ਇਸ ਪੱਖ ਨੂੰ ਲੈ ਕੇ ਮਹਾਰਾਜ ਨੇ ਜਗਤ, ਪਦਾਰਥ, ਰਿਸ਼ਤਿਆਂ ਨੂੰ ਮਿੱਥਿਆ। ਜਿਸ ਰਿਸ਼ਤੇ 'ਚ ਨਿੱਘ ਨੇ ਅਸੀਂ ਉਹਦਾ ਬੋਝ ਹੀ ਢੋਂਦੇ ਹਾਂ, ਭਾਰ ਹੀ ਚੁੱਕਦੇ ਹਾਂ। ਉਹ ਸਾਰਾ ਕੁਝ ਜਿਹੜਾ ਹੈ ਉਹਦੇ ਸਾਡੇ ਲਈ ਹੋਣ ਦੇ ਅਰਥ ਕੇਵਲ ਇੰਨੇ ਨੇ ਵੀ ਸਾਡੇ ਕੋਲ ਹੈ, ਬਸ ਮੇਰੇ ਕੋਲ ਪਰਿਵਾਰ ਹੈ, ਮੇਰੇ ਕੋਲ ਰਿਸ਼ਤੇ ਹਨ, ਮੇਰੇ ਦੋਸਤ ਹਨ, ਬਸ ਉਹ ਇੱਕ ਗਿਣਤੀ, ਇੱਕ ਲਿਸਟ ਹੈ। ਖੁਸ਼ ਹੋਣ ਦਾ ਵਕਤ ਕਿਸੇ ਕੋਲ ਬੈਠਣ ਦਾ ਵੀ ਨਹੀਂ, ਕੋਈ ਦੁੱਖ ਸੁਣਦਾ ਨਹੀਂ, ਨਾ ਸੁਣਾਇਆ ਜਾ ਸਕਦਾ ਹੈ, ਨਾ ਕੋਈ ਖੁਸ਼ ਹੁੰਦਾ ਹੈ ਵੇਖ ਕੇ ਤੇ ਨਾ ਕਿਸੇ ਨੂੰ ਵੇਖ ਕੇ ਮੈਂ ਖੁਸ਼ ਹੁੰਦਾ। ਤੇ ਉਹਨਾਂ ਦੇ ਹੋਣ ਦੇ ਮੇਰੇ ਲਈ ਅਰਥ ਕੀ ਨੇ? ਜੇ ਉਹ ਮਿੱਥ ਨਹੀਂ ਤੇ ਫਿਰ ਉਹ ਸੱਚ ਕਿੰਨਾ ਕੁ ਹੈ? ਕੱਲਾ ਇਹ ਨਹੀਂ ਵੀ ਉਹਨਾਂ ਨੇ ਖਤਮ ਹੋ ਜਾਣਾ, ਇਸ ਕਰਕੇ ਮਿੱਥਿਆ ਨਹੀਂ ਕਿਹਾ। ਸਤਿਗੁਰੂ ਕਹਿੰਦੇ ਇਹ ਵੀ ਵੇਖ ਵੀ ਉਹਨਾਂ ਦੇ ਹੋਣ ਦੇ ਤੇਰੇ ਲਈ ਜੀਵਨ ਵਿੱਚ ਅਰਥ ਕੀ ਨਿਕਲਦੇ ਨੇ, ਮਤਲਬ ਕੀ, ਮਾਇਨੇ ਕੀ ਬਣਦੇ ਨੇ। ਹੁਣ ਬੰਦਾ ਸਾਰੇ ਧਰਤੀ ਤੇ ਫਿਰਦਾ ਹੋਵੇ, ਪਰ ਜਿਸ ਵੇਲੇ ਉਹਨੂੰ ਲੱਗਦਾ ਵੀ ਮੈਨੂੰ ਘਰ ਜਾਣਾ ਚਾਹੀਦਾ, ਉਹ ਚਲਿਆ ਜਾਂਦਾ। ਤੇ ਜਿਹੜਾ ਬੰਦਾ ਘਰੋਂ ਦੁਖੀ ਹੋ ਕੇ ਬਾਹਰ ਨੂੰ ਨਿਕਲ ਰਿਹਾ ਹੋਵੇ, ਹੁਣ ਤੁਸੀਂ ਦੱਸੋ ਵੀ ਉਹਦੇ ਲਈ ਘਰ ਦੇ ਅਰਥ ਕੀ ਨੇ? ਉਹਦੇ ਲਈ ਪਰਿਵਾਰ ਦੇ ਮਾਇਨੇ ਕੀ ਨਿਕਲੇ? ਜਿਸ ਲਈ ਉਹ ਖੱਟਦਾ ਹੈ, ਕਮਾਉਂਦਾ ਹੈ, ਜਿੱਥੇ ਉਹਨੇ ਪੰਛੀ ਵੀ ਸਾਰਾ ਦਿਨ ਘੁੰਮ ਕੇ ਵਾਪਸ ਆਪਣੇ ਆਲਣੇ 'ਚ ਆਉਂਦਾ। ਇਹ ਸਾਰੀਆਂ ਚੀਜ਼ਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਰਲਾ ਕੇ ਹੀ ਜੀਵਨ ਦੇ ਵਿੱਚ ਇਹਨਾਂ ਦੀ ਮਹੱਤਤਾ ਕੀ ਬਣਦੀ ਹੈ, ਇਹਨਾਂ ਦੀ ਤੇਰੇ ਜੀਵਨ 'ਚ ਸੁਵਿਧਾ ਕਿੰਨੀ ਕੁ ਹੈ, ਇਹ ਤੇਰੇ ਜੀਵਨ ਨੂੰ ਕਿੰਨਾ ਕੁ ਆਨੰਦ ਪ੍ਰਦਾਨ ਕਰਦੀਆਂ ਨੇ, ਇਸੇ ਰੁਖ ਵਿੱਚ ਹੀ, ਇਸੇ ਪੱਖ ਵਿੱਚ ਹੀ ਵਿਆਖਿਆ ਕਰਕੇ ਸਤਿਗੁਰੂ ਜਿਸ ਵੇਲੇ ਇਹਨਾਂ ਦਾ ਨਾ ਪੱਖੀ ਪ੍ਰਭਾਵ ਵੇਖਦੇ ਨੇ, ਆਖਦੇ ਨੇ ਮਿੱਥਿਆ ਹੈ। ਇਹ ਤੂੰ ਇਵੇਂ ਕਰ ਰਿਹਾ ਜਿਵੇਂ ਬੱਦਲਾਂ ਦੀ ਛਾਂ ਮਾਣ ਰਿਹਾ ਹੋਵੇਂ। ਬੱਦਲ ਕਿਤੇ ਟਿਕਦੇ ਥੋੜਾ ਨਾ ਵੀ ਉਹਨਾਂ ਦੀ ਛਾਵੇਂ ਘੰਟਿਆਂ ਬੱਧੀ ਬੰਦਾ ਬੈਠਾ ਹੀ ਰਵੇ। ਸਤਿਗੁਰੂ ਪਾਤਸ਼ਾਹ ਆਖਦੇ ਨੇ ਹਰ ਬਿਨ ਤੇਰੋ ਕੋ ਨਾ ਸਹਾਈ। ਫਿਰ ਹਰੀ ਤੋਂ ਬਿਨਾ, ਪਰਮੇਸ਼ਰ ਸਿਰਜਣਹਾਰ ਦੀ ਚੇਤਨਤਾ ਤੋਂ ਬਿਨਾ, ਉਸ ਦੀ ਯਾਦ ਤੋਂ ਬਿਨਾ ਤੇਰਾ ਕੋਈ ਸਹਾਇਕ ਨਹੀਂ। ਸੱਚ ਜਾਣ। ਆਪਣੇ ਸਿਰਜਣਹਾਰ ਨੂੰ ਯਾਦ ਰੱਖਣ ਦਾ ਭਾਵ ਹੀ ਇਹ ਹੈ ਕਿ ਉਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ, ਉਹਦੇ ਵਿੱਚ ਹੀ ਜੀਵਨ ਦੇ ਅਰਥ ਨੇ, ਉਹਦੇ ਵਿੱਚ ਹੀ ਸੰਸਾਰ ਦੇ ਅਰਥ ਨੇ, ਉਹਦੇ ਵਿੱਚ ਹੀ ਜੋ ਸਾਨੂੰ ਮੁਯੱਸਰ ਪ੍ਰਾਪਤ ਹੈ ਉਹਦੇ ਅਰਥ ਨੇ, ਜੋ ਨਹੀਂ ਹੈ ਉਹਦਾ ਭਾਣਾ ਮੰਨਣ ਦੇ ਅਰਥ ਵੀ ਉਹਦੇ ਵਿੱਚ ਹੀ ਨੇ। ਇਸ ਲਈ ਸਤਿਗੁਰੂ ਸਮੁੱਚੇ ਰੂਪ ਵਿੱਚ ਇੱਕੋ ਗੱਲ ਕਹਿਣਗੇ, ਹਰੀ ਨੂੰ ਚੇਤੇ ਕਰ, ਰੱਬ ਦੀ ਬੰਦਗੀ ਕਰ, ਨਾਮ ਜਪ, ਸਿਮਰਨ ਕਰ, ਕਿਉਂਕਿ ਸਾਰੀਆਂ ਚੀਜ਼ਾਂ ਦੇ ਅਰਥ ਉਹਦੇ ਵਿੱਚ ਹੀ ਪਏ ਨੇ। ਸਤਿਗੁਰੂ ਇਕੱਲੀ ਇਕੱਲੀ ਗੱਲ ਗਿਣਨ ਦੀ ਬਜਾਏ ਉਹਨੂੰ ਸਾਂਝੇ ਰੂਪ 'ਚ ਹੀ ਕਹਿ ਦਿੰਦੇ, ਉਹਦੇ ਨਾਮ ਨਾਲ ਜੁੜ, ਰੱਬ ਨਾਲ ਜੁੜ। ਤੋ ਪਾਤਸ਼ਾਹ ਆਖਦੇ ਨੇ, ਕਾਂ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ। ਹੇ ਭਾਈ, ਕੌਣ ਕਿਸ ਦੀ ਮਾਂ ਹੈ, ਪਿਤਾ ਹੈ, ਇਸਤਰੀ ਹੈ, ਮਿੱਤਰ ਹਨ, ਬੱਚੇ ਹਨ, ਜਾਨੀ ਕਿ ਜਿੰਨੇ ਵੀ ਇਹ ਸੰਸਾਰ ਦੇ ਰਿਲੇਸ਼ਨ ਨੇ, ਸੰਬੰਧ ਨੇ, ਸਾਂਝਾਂ ਨੇ, ਓੜਕ ਨੂੰ ਇਹ ਸਾਰੀਆਂ ਹੌਲੀ ਹੌਲੀ, ਜੀਵਨ ਹੈ ਨਾ, ਜੀਵਨ ਦਾ ਸਫ਼ਰ ਹੈ, ਇਹ ਸਾਥ, ਇਹਦੀ ਆਪਣੀ ਇੱਕ ਹੱਦ ਹੈ। ਹਰ ਚੀਜ਼ ਸਮਾਂ ਪਾ ਕੇ ਹੌਲੀ ਹੌਲੀ ਜੀਵਨ ਦੇ ਵਿੱਚੋਂ ਨਿਖੜਦੀ ਜਾਂਦੀ ਹੈ।
ਪਾਤਸ਼ਾਹ ਅੱਗੇ ਆਖਦੇ ਨੇ, ਧਨ ਧਰਣੀ ਅਰ ਸੰਪਤ ਸਗਰੀ ਜੋ ਮਾਨਿਓ ਅਪਨਾਈ। ਧਨ ਮਤਲਬ ਦੌਲਤ, ਪੈਸਾ। ਧਰਣੀ ਦਾ ਮਤਲਬ ਹੈ ਜ਼ਮੀਨ, ਧਰਤੀ। ਅਰ ਸੰਪਤ, ਸੰਪत्ति, ਜਾਇਦਾਦ, ਪ੍ਰੋਪਰਟੀ, ਉਹ ਕਿਸੇ ਵੀ ਰੂਪ 'ਚ ਹੋਵੇ। ਮਹਾਰਾਜ ਕਹਿੰਦੇ ਨੇ ਜੋ ਮਾਨਿਓ ਅਪਣਾਈਏ ਸਗਰੀ, ਸਾਰਾ ਕੁਝ ਜਿਸ ਨੂੰ ਮੈਂ ਆਪਣਾ ਮੰਨਿਆ ਵੀ ਇਹ ਮੇਰਾ ਹੈ, ਮੇਰਾ ਹੈ। ਸੱਚਾਈ ਤਾਂ ਇਹ ਹੈ ਵੀ ਸਾਡੇ ਕੰਟਰੋਲ 'ਚ ਹੈ। ਸਾਡਾ ਉਦੋਂ ਤੱਕ ਹੀ ਹੁੰਦਾ ਨੇ ਜਦੋਂ ਸਾਡਾ ਕੰਟਰੋਲ ਹੋਵੇ। ਕਈ ਵਾਰ ਜਿਉਂਦੇ ਜੀ ਬੰਦਾ ਆਪਣੇ ਹੱਥੋਂ ਕੰਟਰੋਲ ਛੱਡਦਾ ਹੈ ਤੇ ਭਿਖਾਰੀ ਹੋ ਜਾਂਦਾ। ਸਾਡਾ ਹੁੰਦਾ ਨਹੀਂ, ਸਾਡਾ ਕੰਟਰੋਲ ਹੁੰਦਾ ਬੇਸਿਕਲੀ, ਪਰ ਅਸੀਂ ਉਹਨੂੰ ਮੰਨਦੇ ਹਾਂ ਵੀ ਮੇਰਾ ਹੀ ਹੈ। ਪਹਿਲਿਆਂ ਨੂੰ ਵੀ ਇਹੀ ਭੁਲੇਖਾ ਹੁੰਦਾ ਸੀ ਵੀ ਸਾਡਾ ਹੀ ਹੈ, ਉਹਨਾਂ ਦਾ ਨਿਕਲ ਗਿਆ। ਹੁਣ ਸਾਨੂੰ, ਅਸੀਂ ਇਹ ਭੁਲੇਖਾ ਉਹ ਸਾਨੂੰ ਵਿਰਾਸਤ 'ਚ ਦੇ ਗਿਆ ਵੀ ਮੇਰਾ, ਹੁਣ ਮੈਂ ਤੈਨੂੰ ਦੇ ਰਿਹਾ, ਤੇਰਾ ਹੈ। ਅਸਲ 'ਚ ਜਦੋਂ ਉਹਨਾਂ ਦੇ ਹੱਥੋਂ ਕੰਟਰੋਲ ਨਿਕਲ ਰਿਹਾ ਸੀ ਨਾ, ਸਿਆਣੇ ਬੰਦੇ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਲੱਗੇ ਵੀ ਕੰਟਰੋਲ ਹੁਣ ਰਹਿਣਾ ਨਹੀਂ, ਤੇ ਉਹ ਪਾਸ ਕਰ ਦਿੰਦੇ ਵੀ ਤੇਰਾ ਹੀ ਹੈ, ਤੂੰ ਰੱਖ ਲੈ। ਨਹੀਂ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਖੋਹ ਹੀ ਲੈਣਗੇ। ਪਰ ਇੱਕ ਕੁਝ ਐਸੇ ਵੀ ਹੁਣ ਪਰਿਵਾਰਾਂ 'ਚ ਵੀ ਇਸ ਤਰ੍ਹਾਂ ਵਾਪਰਦਾ। ਕਈ ਬੰਦੇ ਬੜੇ ਅੜੀਅਲ, ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਮੇਰੇ ਤੋਂ ਕੰਟਰੋਲ ਹੋਣਾ ਨਹੀਂ, ਫਿਰ ਵੀ ਉਹ ਜੱਫਾ ਮਾਰ ਕੇ ਬੈਠੇ ਰਹਿਣਗੇ। ਫਿਰ ਅਗਲੇ ਛਡਾ ਲੈਂਦੇ ਨੇ ਵੀ ਪਰੇ ਹੋ, ਬਹੁਤ ਹੋ ਗਿਆ ਹੁਣ। ਫਿਰ ਉਹਨਾਂ ਨੂੰ ਉਹਨਾਂ ਰੰਜ ਹੁੰਦਾ, ਉਨੀ ਤਕਲੀਫ ਹੁੰਦੀ ਹੈ, ਦਰਦ ਹੁੰਦਾ ਹੈ, ਕਿਉਂਕਿ ਛੱਡਣਾ ਨਹੀਂ ਨਾ ਚਾਹੁੰਦੇ। ਫਿਰ ਪਛਤਾਵਾ ਹੋਏ। ਪਰ ਸਤਿਗੁਰੂ ਮਹਾਰਾਜ ਕਹਿੰਦੇ ਵੀ ਇਹ ਸੱਚ ਤੈਨੂੰ, ਇਹ ਯਥਾਰਥ ਤੈਨੂੰ ਜੀਵਨ ਵਿੱਚ ਵਸਾ ਲੈਣਾ ਚਾਹੀਦਾ ਹੈ ਵੀ ਜਿਵੇਂ ਆਇਆ ਨਾ ਉਵੇਂ ਨੇ ਜਾਣਾ ਹੈ। ਕੁਝ ਵੀ ਰਹਿਣ ਵਾਲਾ ਨਹੀਂ ਇੱਥੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਵੀ ਤੂੰ ਇਹਨੂੰ ਆਪਣਾ ਮੰਨਦਾ ਹੈ ਵੀ ਮੇਰਾ ਹੀ ਹੈ ਤੇ ਮੇਰੇ ਕੋਲ ਹੀ ਰਹੇਗਾ, ਮੇਰੇ ਹੀ ਪ੍ਰਬੰਧ ਵਿੱਚ। ਪਰ ਇਸ ਤਰ੍ਹਾਂ ਹੋਣਾ ਨਹੀਂ। ਇਹ ਹਰ ਚੀਜ਼ ਸਰਕਲ ਵਿੱਚ ਚੱਲ ਰਹੀ ਹੈ। ਪਾਤਸ਼ਾਹ ਕਹਿੰਦੇ ਤਨ ਛੂਟੈ ਕਛ ਸੰਗ ਨਾ ਚੱਲੈ। ਜੇ ਆਖਰੀ ਸਾਹ ਤੱਕ ਤੇਰਾ ਕੰਟਰੋਲ ਰਹਿ ਵੀ ਜਾਏ ਤੇ ਫਿਰ ਵੀ ਕਿੰਨਾ ਚਿਰ। ਜਿਸ ਵੇਲੇ ਤਨ ਛੂਟੈ, ਤੇਰਾ ਸਰੀਰ ਨਾਸ਼ ਹੋ ਜਾਏਗਾ। ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਇਹ ਸਰੀਰ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ। ਯਾਨੀ ਕਿ ਇਹ ਜਿਹੜਾ ਸਰੀਰ ਦਾ ਤੇ ਆਤਮਾ ਦਾ, ਚੇਤਨਾ ਦਾ ਆਪਸ ਵਿੱਚ ਸੰਬੰਧ ਹੈ, ਇਹ ਵੀ ਤੋੜ ਨਹੀਂ ਨਿਭਦਾ। ਤੇ ਤੂੰ ਤਾਂ ਬਾਹਰ ਦੀਆਂ ਚੀਜ਼ਾਂ ਨੂੰ ਜੱਫੇ ਮਾਰ ਰਿਹਾ, ਤੂੰ ਤਾਂ ਬਾਹਰ ਦੀਆਂ ਚੀਜ਼ਾਂ ਤੇ ਦਾਅਵੇ ਕਰਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਕਹਾ ਤਾਹੇ ਲਪਟਾਈ, ਕਾਹਦੇ ਲਈ ਇਹਨਾਂ ਚੀਜ਼ਾਂ ਨਾਲ ਲਿਪਟਿਆ ਹੋਇਆ ਹੈ। ਪਾਤਸ਼ਾਹ ਫਰਮਾਉਂਦੇ ਨੇ, ਦੀਨ ਦਿਆਲ ਸਦਾ ਦੁੱਖ ਭੰਜਨ। ਦੀਨ ਦਾ ਮਤਲਬ ਹੈ ਕੰਗਾਲ, ਗਰੀਬ। ਹੁਣ ਜਿਹੜਾ ਉਪਰੋਕਤ, ਕਿਉਂਕਿ ਹਰ ਸ਼ਬਦ ਦੇ ਅਰਥ ਗੁਰਬਾਣੀ 'ਚ ਉਹਦੇ ਕੰਟੈਕਸਟ ਵਿੱਚ ਨੇ, ਸੰਦਰਭ। ਹੁਣ ਇੱਥੇ ਦੀਨ ਦਾ ਅਰਥ ਜਿਹੜਾ ਉਪਰੋਕਤ ਜ਼ਿੰਦਗੀ ਜੀ ਰਿਹਾ ਉਹ ਗਰੀਬ ਹੀ ਹੈ। ਉਹਦੇ ਕੋਲ ਜੀਵਨ ਦਾ ਸੁੱਖ ਆਨੰਦ ਨਹੀਂ, ਜੀਵਨ ਦੀ ਖੁਸ਼ੀ ਨਹੀਂ, ਬਾਕੀ ਸਭ ਕੁਝ ਹੈ। ਹੁਣ ਦੁਨੀਆ ਨੂੰ ਅਮੀਰ ਆਖੇ ਤੇ 100 ਵਾਰ ਆਖੇ। ਗੁਰੂ ਤੇਗ ਬਹਾਦਰ ਮਹਾਰਾਜ ਉਹਨੂੰ ਅਮੀਰ ਨਹੀਂ ਮੰਨਦੇ, ਉਹਨੂੰ ਤਾਂ ਕੰਗਾਲ ਹੀ ਮੰਨਦੇ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਧਨ ਹੀ ਹੈ ਨਾ, ਹੋਰ ਤੇ ਕੁਝ ਨਹੀਂ ਨਾ। ਤੋ ਸਤਿਗੁਰੂ ਨੂੰ ਕਹਿੰਦੇ ਨੇ ਵੀ ਐਸੇ ਕੰਗਾਲ ਦੇ ਉੱਤੇ ਵੀ ਮੇਰਾ ਪਰਮੇਸ਼ਰ ਦਇਆ ਕਰਦਾ। ਉਹਨੂੰ ਆਤਮਿਕ ਦੌਲਤ ਨਾਲ, ਜੀਵਨ ਦੀ ਦੌਲਤ ਨਾਲ ਮਾਲਾ ਮਾਲ ਕਰਦਾ। ਦੀਨ ਦਿਆਲ, ਦਇਆਵਾਨ ਹੈ ਐਸੇ ਦੀਨ ਦੇ ਉੱਤੇ ਸਦਾ ਦੁੱਖ ਭੰਜਨ, ਜਿਹੜਾ ਸਦਾ ਦੁੱਖਾਂ ਦਾ ਨਾਸ਼ ਕਰਦਾ। ਆਤਮਿਕ ਮਾਨਸਿਕ ਹਰ ਤਰ੍ਹਾਂ ਦੇ ਕਲੇਸ਼ ਦੂਰ ਕਰਦਾ ਹੈ। ਤਾਂ ਸਿਉ ਰੋਚਨਾ ਵਢਾਈ, ਐਸੇ ਪਰਮੇਸ਼ਰ ਨਾਲ ਰੁਚੀ ਨਹੀਂ ਬਣਾਈ, ਮੁਹੱਬਤ ਨਹੀਂ ਵਧਾਈ, ਨੇੜਤਾ ਨਹੀਂ ਕੀਤੀ। ਸਤਿਗੁਰੂ ਆਖਦੇ ਨੇ, ਨਾਨਕ ਕਹਿਤ ਜਗਤ ਸਭ ਮਿਥਿਆ, ਜਿਉਂ ਸੁਪਨਾ ਰਹਿਨਾਈ। ਰਹਿਨਾਈ ਮਤਲਬ ਰਾਤ ਸਮੇਂ ਬੰਦਾ ਸੌਂਦਾ ਹੈ, ਸੁੱਤਿਆਂ ਹੋਇਆ ਚੇਤ ਮਨ ਦੀਆਂ ਗੱਲਾਂ ਇੱਕ ਤਸਵੀਰ, ਨਾਟਕ ਵਾਂਗ, ਫਿਲਮ ਵਾਂਗ ਘੁੰਮਦੀਆਂ ਨੇ। ਉਹ ਸੁਪਨਾ ਸੱਚ ਤੇ ਨਹੀਂ ਨਾ ਹੁੰਦਾ। ਜਿਸ ਵੇਲੇ ਨੀਂਦ ਟੁੱਟਦੀ ਹੈ, ਜਾਗ ਆਉਂਦੀ ਹੈ, ਤੇ ਉਹ ਸਾਰਾ ਖਿਆਲੀ ਪਲਾਓ ਜਿਹੜਾ ਬਣਿਆ ਹੁੰਦਾ, ਖਿਆਲੀ ਨਾਟਕ ਚੱਲ ਰਿਹਾ ਹੁੰਦਾ, ਸਾਰਾ ਹਵਾ ਹੋ ਜਾਂਦਾ, ਖਤਮ ਹੋ ਜਾਂਦਾ। ਉਹ ਸੱਚ ਵਿੱਚ ਨਹੀਂ ਵਾਪਰ ਰਿਹਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ
ਜਿੰਨਾ ਚਿਰ ਪਦਾਰਥ ਦੀ ਹੋਂਦ ਹੈ, ਨੇੜਤਾ ਹੈ, ਬੰਦਾ ਸੁਪਨੇ ਬੁਣਦਾ ਹੈ, ਪਦਾਰਥ ਬਿਨਸਦਾ, ਸਭ ਕੁਝ ਨਾਲ ਹੀ ਖਤਮ ਹੋ ਜਾਂਦਾ ਹੈ। ਜਨ ਨਾਨਕ ਨਾਨਕ ਕਹਿਤ ਜਗਤ ਸਭ ਮਿਥਿਆ। ਸਾਹਿਬ ਕਿਰਪਾ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣੇ। ਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।